प्यारे विद्यार्थियों, स्वागत है तुहाडा मेरे यूट्यूब चैनल ਸਾਹਿਤਿਕ ਜਾਣਕਾਰੀ ਤੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਭਾਈ ਵੀਰ ਸਿੰਘ ਜੀ ਦੀਆਂ +1 ਪੰਜਾਬੀ ਇਲੈਕਟਿਵ ਦੇ ਨਾਲ ਸੰਬੰਧਿਤ ਕਵਿਤਾਵਾਂ ਪੜਾਂਗੇ। ਵੀਡੀਓ ਨੂੰ ਧਿਆਨ ਨਾਲ ਐਂਡ ਤੱਕ ਦੇਖੋ ਤੇ ਯਾਦ ਕਰੋ ਸਾਰੀਆਂ ਕਵਿਤਾਵਾਂ। ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਪੜਨ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਜਾਣਕਾਰੀ ਉਹਨਾਂ ਬਾਰੇ ਲਵਾਂਗੇ। ਭਾਈ ਵੀਰ ਸਿੰਘ ਜੀ ਦੇਖੋ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਮੰਨੇ ਜਾਂਦੇ ਆ ਤੇ ਆਪ ਇੱਕ ਸਰਵਾਂਗੀ ਸਾਹਿਤਕਾਰ ਸਨ। ਤੇ ਆਪ ਦਾ ਜਨਮ ਹੋਇਆ ਦੇਖੋ ਅੰਮ੍ਰਿਤਸਰ ਵਿਖੇ ਡਾਕਟਰ ਚਰਨ ਸਿੰਘ ਜੀ ਦੇ ਘਰ। ਤੇ 10ਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ 'ਚ ਹੀ ਕਾਲਜ ਦੇ ਵਿੱਚ ਪੜ੍ਹਾਈ ਕਰਨ ਦੀ ਥਾਂ ਆਪ ਨੇ ਸਵੈ ਅਧਿਐਨ ਰਾਹੀਂ ਭਾਰਤੀ ਤੇ ਵਿਦੇਸ਼ੀ ਸਾਹਿਤ ਪੜ੍ਹਿਆ। ਜਾਣੀ ਸਿਰਫ 10 ਜਮਾਤਾਂ ਪੜ੍ਹੇ ਹੋਏ ਸੀ, ਕਾਲਜ ਦੇ ਵਿੱਚ ਨਹੀਂ ਪੜ੍ਹੇ, ਤਾਂ ਆਪ ਦੇ ਅਧਿਐਨ ਦੇ ਨਾਲ ਸਵੈ ਅਧਿਐਨ ਕੀਤਾ ਇਹਨਾਂ ਨੇ ਭਾਰਤੀ ਤੇ ਵਿਦੇਸ਼ੀ ਸਾਹਿਤ ਦਾ। ਤੇ ਭਾਈ ਵੀਰ ਸਿੰਘ ਤੋਂ ਪਹਿਲਾਂ ਕਵਿਤਾ ਜਿਹੜੀ ਉਹ ਰਵਾਇਤੀ ਛੰਦ ਵਿੱਚ ਲਿਖੀ ਜਾਂਦੀ ਸੀ ਤੇ ਪਰ ਇਹਨਾਂ ਨੇ ਦੇਖੋ ਛੋਟੀਆਂ ਕਵਿਤਾਵਾਂ ਵੱਖ-ਵੱਖ ਤੋਲ ਤੁਕਾਂਤ ਤੇ ਛੰਦਾਂ ਵਿੱਚ ਲਿਖ ਕੇ ਪੰਜਾਬੀ ਕਵਿਤਾ ਵਿੱਚ ਇੱਕ ਨਵਾਂ ਨਿਖਾਰ ਲਿਆਂਦਾ। ਤੇ ਇਹਨਾਂ ਨੂੰ ਦੇਖੋ ਛੋਟੀਆਂ ਕਵਿਤਾਵਾਂ ਦੇ ਵੱਡੇ ਕਵੀ ਕਿਹਾ ਜਾਂਦਾ। ਕਈ ਵਾਰ ਇਹ ਕੁਐਸਚਨ ਆ ਜਾਂਦਾ ਵੀ ਛੋਟੀਆਂ ਕਵਿਤਾਵਾਂ ਦੇ ਵੱਡੇ ਕਵੀ ਕਿਹਨਾਂ ਨੂੰ ਕਿਹਾ ਜਾਂਦਾ, ਤਾਂ ਉਹ ਭਾਈ ਵੀਰ ਸਿੰਘ ਜੀ ਨੂੰ। ਭਾਵੇਂ ਭਾਈ ਵੀਰ ਸਿੰਘ ਦੀ ਕਵਿਤਾ ਦੀ ਬੁਨਿਆਦ ਹੈ ਜਿਹੜੀ ਉਹ ਰਹੱਸਵਾਦ ਤੇ ਅਧਿਆਤਮਵਾਦ ਹੈ, ਪਰ ਫਿਰ ਵੀ ਉਹਨਾਂ ਦੇ ਪ੍ਰਗਟਾਅ ਵਿੱਚ ਨਵੀਨਤਾ ਹੈ। ਠੀਕ ਹੈ। ਤੇ ਆਪ ਦੀ ਕਵਿਤਾ ਵਿੱਚ ਪ੍ਰਕਿਰਤੀ ਚਿੱਤਰਨ, ਦੇਸ਼ ਪਿਆਰ ਦਾ ਜਜ਼ਬਾ, ਵਲਵਲੇ ਤੇ ਸੰਗੀਤ ਦਾ ਪ੍ਰਗਟਾਅ ਆਦਿ ਵਿਸ਼ੇਸ਼ ਗੁਣ ਹੈ। ਤੇ ਇਸ ਤਰ੍ਹਾਂ ਆਪਣੇ ਪੰਜਾਬੀ ਕਵਿਤਾ ਨੂੰ ਵਿਸ਼ੇ ਤੇ ਰੂਪ ਦੋਹਾਂ ਪੱਖਾਂ ਤੋਂ ਆਧੁਨਿਕ ਲੀਹਾਂ ਦੇ ਉੱਤੇ ਤੋਰਿਆ। ਤੇ ਸਾਡੀ ਇਸ ਪਾਠ ਪੁਸਤਕ ਵਿੱਚ ਦੇਖੋ +1 ਦੀ ਜੋ ਪੰਜਾਬੀ ਇਲੈਕਟਿਵ ਦੀ ਪਾਠ ਪੁਸਤਕ ਹੈ ਉਹਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਕਵਿਤਾਵਾਂ ਦਿੱਤੀਆਂ ਗਈਆਂ, ਪਿੰਜਰੇ ਪਿਆ ਪੰਛੀ, ਵੈਰੀ ਨਾਗ ਤੇਰਾ ਪਹਿਲਾ ਝਲਕਾ, ਇੱਛਾ ਬਲ ਤੇ ਡੂੰਘੀਆਂ ਸ਼ਾਮਾਂ ਸਾਡੀ ਇਸ ਪੁਸਤਕ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ। ਤੇ ਇਹਦੇ ਵਿੱਚ ਦੇਖੋ ਜਿਵੇਂ ਪਿੰਜਰੇ ਪਿਆ ਪੰਛੀ ਕਵਿਤਾ ਦੇ ਵਿੱਚ ਗੁਲਾਮੀ ਦੇ ਜੀਵਨ ਪ੍ਰਤੀ ਨਫ਼ਰਤ ਨੂੰ ਦਰਸਾਇਆ ਗਿਆ ਤੇ ਵੈਰੀ ਨਾਗ ਤੇਰਾ ਪਹਿਲਾ ਝਲਕਾ ਜਿਹੜੀ ਇਹਨਾਂ ਦੀ ਕਵਿਤਾ ਉਹਦੇ ਵਿੱਚ ਝਰਨੇ ਦੀ ਪ੍ਰਕਿਰਤਿਕ ਸੁੰਦਰਤਾ ਅਤੇ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ ਦੇ ਵਿੱਚ ਗਤੀਸ਼ੀਲਤਾ ਦੇ ਮਹੱਤਵ ਨੂੰ ਪ੍ਰਗਟਾਇਆ ਗਿਆ। ਗਤੀਸ਼ੀਲਤਾ ਹੁੰਦੀ ਹੈ ਦੇਖੋ ਲਗਾਤਾਰ ਚੱਲਦੇ ਰਹਿਣਾ। ਠੀਕ ਹੈ, ਇਸ ਦੇ ਮਹੱਤਵ ਨੂੰ ਪ੍ਰਗਟਾਇਆ ਗਿਆ। ਤੇ ਚਲੋ ਅੱਗੇ ਇਹਨਾਂ ਦੀ ਕਵਿਤਾ ਜਿਹੜੀ ਪਿੰਜਰੇ ਪਿਆ ਪੰਛੀ ਉਹਦੇ ਆਪਾਂ ਸਰਲ ਅਰਥ ਕਰਦੇ ਹਾਂ। ਪਿੰਜਰੇ ਪਿਆ ਪੰਛੀ, ਪਿੰਜਰੇ ਦੀ ਸਲੋਹਤ ਕਰਨ ਵਾਲੇ ਨੂੰ, ਜਾਣੀ ਸਲੋਹਤ ਜਿਹੜਾ ਸਲੈਤਾ ਕਰ ਰਿਹਾ, ਪਿੰਜਰੇ ਤੋਂ ਬਾਹਰ ਖੜਾ ਬੰਦਾ ਜਿਹੜਾ ਉਹ ਪਿੰਜਰੇ ਨੂੰ ਸਲਾਹ ਰਿਹਾ ਨਾ, ਉਹਨੂੰ ਪੰਛੀ ਕੀ ਕਹਿੰਦਾ ਦੇਖੋ। ਜ਼ਾਲਮ ਖੜਾ ਹਵਾ ਵਿੱਚ ਖੁੱਲੀ, ਆਖੇ ਪਿੰਜਰਾ ਸੋਹਣਾ, ਵਿੱਚ ਆ ਜਾਵੇਂ ਫੇਰ ਮੈਂ ਪੁੱਛਾਂ ਕਿੰਨਾ ਹੈ ਮਨ ਮੋਹਣਾ। ਪਰ ਤੋਂ ਹੀਨ ਧਰਾ ਦੇ ਕੈਦੀ, ਉਹ ਮੂਰਖ ਦਿਲ ਕਰੜੇ, ਉੱਡਣ ਹਾਰੇ ਪੰਛੀ ਨੂੰ ਇਹ ਸੋਹਣਾ ਹੈ ਜਿੰਦ ਕੋਣਾ। ਪਹਿਲਾਂ ਮੈਂ ਇਹਦੇ ਵਿੱਚੋਂ ਥੋੜ੍ਹੇ ਤੁਹਾਨੂੰ ਔਖੇ ਸ਼ਬਦਾਂ ਦੇ ਅਰਥ ਦੱਸਦਾ। ਠੀਕ ਹੈ, ਪਹਿਲਾਂ ਤਾਂ ਸਭ ਤੋਂ ਸਲਾਹਤਾ ਕਰਨ ਵਾਲਾ, ਸਲਾਹੁਣ ਵਾਲਾ, ਤਾਂ ਉਹ ਹੁੰਦਾ ਪ੍ਰਸ਼ੰਸਾ ਹੁੰਦੀ ਹੈ ਸਲੋਹਤ। ਤੇ ਪਰ ਤੋਂ ਹੀਨ, ਜਿਵੇਂ ਇਹਨਾਂ ਨੇ ਕਿਹਾ ਪਰ ਹੁੰਦੇ ਨੇ ਖੰਭ ਤੇ ਹੀਨ ਖੰਭਾਂ ਤੋਂ ਹੀਨ। ਜਦੋਂ ਉਹਨੂੰ ਕਿਸੇ ਨੂੰ ਪਿੰਜਰੇ ਦੇ ਵਿੱਚ ਬੰਦ ਕਰ ਲਿਆ, ਇਹਦਾ ਮਤਲਬ ਉਹਦੇ ਖੰਭ ਹੈ ਜਿਹੜੇ ਉਹ ਯੂਜ਼ਫੁਲ ਨਹੀਂ ਨਾ ਰਹੇ। ਠੀਕ ਹੈ, ਇਸ ਕਰਕੇ ਉਹ ਖੰਭਾਂ ਤੋਂ ਹੀਨ ਹੋ ਗਿਆ। ਧਰਾ ਦੇ ਕੈਦੀ, ਵੀ ਧਰਾ ਹੁੰਦੀ ਹੈ ਧਰਤੀ, ਵੀ ਧਰਤੀ ਦੇ ਵਿੱਚ ਕੈਦੀ ਬਣਾ ਕੇ ਉਹਨੂੰ ਰੱਖ ਲਿਆ। ਠੀਕ ਹੈ, ਕਿਸੇ ਨੇ ਪਿੰਜਰੇ ਦੇ ਵਿੱਚ ਪਾ ਕੇ, ਕਿੱਥੇ ਤਾਂ ਉਹਨੇ ਅਸਮਾਨ ਦੇ ਵਿੱਚ ਉੱਡਣਾ ਸੀ, ਖੁੱਲੀਆਂ ਉਡਾਰੀਆਂ ਲਾਉਣੀਆਂ ਸੀ, ਤਾਂ ਧਰਤੀ ਦਾ ਕੈਦੀ ਬਣ ਗਿਆ ਉਹ। ਠੀਕ ਹੈ, ਤੇ ਜਿੰਦ ਕੋਹਣਾ ਤੋਂ ਮਤਲਬ ਹੈ ਜਾਨ ਨੂੰ ਮਾਰਨ ਵਾਲਾ। ਪ੍ਰਸੰਗ ਦੇ ਵਿੱਚ ਅਸੀਂ ਲਿਖਦੇ ਹਾਂ ਜਿਵੇਂ ਇਹ ਕਾਵ ਟੋਟਾ ਜਿਹੜਾ ਉਹ ਆਧੁਨਿਕ ਪੰਜਾਬੀ ਕਾਵ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਭਾਈ ਵੀਰ ਸਿੰਘ ਜੀ ਦੀ ਕਵਿਤਾ ਪਿੰਜਰੇ ਪਿਆ ਪੰਛੀ ਦੇ ਵਿੱਚੋਂ ਲਿਆ ਗਿਆ। ਤੇ ਇਸ ਕਵਿਤਾ ਵਿੱਚ ਪਿੰਜਰੇ ਵਿੱਚ ਪਿਆ ਪੰਛੀ ਪਿੰਜਰੇ ਦੀ ਸਲੋਹਤਾ ਕਰਨ ਵਾਲੇ ਨੂੰ ਮਨੁੱਖ ਦੇ ਨਾਲ ਜਾਣੀ 2-4 ਖਰੀਆਂ ਗੱਲਾਂ ਕਰਦਾ, ਜਿਸ ਨੇ ਇਸ ਉੱਡਣ ਹਾਰੇ ਪੰਛੀ ਨੂੰ ਪਿੰਜਰੇ ਦੇ ਵਿੱਚ ਕੈਦ ਕਰ ਲਿਆ। ਤਾਂ ਇਹ ਅਸੀਂ ਪ੍ਰਸੰਗ ਲਿਖਾਂਗੇ। ਉਸ ਤੋਂ ਬਾਅਦ 'ਚ ਅਸੀਂ ਵਿਆਖਿਆ ਕਰਦੇ ਹਾਂ ਇਹਦੀ। ਦੇਖੋ ਜ਼ਾਲਮ ਖੜਾ ਹਵਾ ਖੁੱਲੀ ਵਿੱਚ, ਤਾਂ ਪਿੰਜਰੇ ਵਿੱਚ ਪਿਆ ਪੰਛੀ ਪਿੰਜਰੇ ਦੀ ਸਲੋਹਤਾ ਕਰਨ ਵਾਲੇ ਨੂੰ ਸੰਬੋਧਿਤ ਹੋ ਕੇ ਕਹਿੰਦਾ ਹੈ ਕਿ ਜ਼ਾਲਮ ਹੈ ਜਿਹੜਾ ਉਹ ਪਿੰਜਰੇ ਤੋਂ ਬਾਹਰ ਖੁੱਲੀ ਹਵਾ ਦੇ ਵਿੱਚ ਖੜਾ ਹੈ। ਠੀਕ ਹੈ, ਆਖੇ ਪਿੰਜਰਾ ਸੋਹਣਾ, ਤੇ ਬਾਹਰ ਖੜਾ ਉਹ ਇਹ ਆਖ ਰਿਹਾ ਵੀ ਕਿੰਨਾ ਸੋਹਣਾ ਪਿੰਜਰਾ ਹੈ ਨਾ। ਵਿੱਚ ਆ ਜਾਵੇਂ ਫੇਰ ਮੈਂ ਪੁੱਛਾਂ ਕਿੰਨਾ ਹੈ ਮਨ ਮੋਹਣਾ, ਉਹ ਕਹਿੰਦਾ ਵੀ ਜੇ ਤੂੰ ਇਹਦੇ ਵਿੱਚ ਆ ਜੇ ਨਾ ਪਿੰਜਰੇ ਦੇ, ਫਿਰ ਮੈਂ ਤੈਨੂੰ ਪੁੱਛਾਂਗਾ ਵੀ ਦੱਸ ਭਾਈ ਇਹ ਕਿੰਨਾ ਕੁ ਮਨ ਮੋਹਣਾ ਹੈ। ਠੀਕ ਹੈ, ਪਰ ਤੂੰ ਹੀਨ ਧਰਾ ਦੇ ਕੈਦੀ, ਉਹ ਮੂਰਖ ਦਿਲ ਕਰੜੇ, ਜਾਣੀ ਇਹ ਕਰੜੇ ਦਿਲ ਵਾਲੇ ਮਨੁੱਖ, ਤੂੰ ਮੈਨੂੰ ਇਸ ਪਿੰਜਰੇ ਵਿੱਚ ਕੈਦ ਕਰਕੇ ਮੈਨੂੰ ਖੰਭਹੀਨ ਬਣਾ ਦਿੱਤਾ ਹੈ, ਧਰਾ ਦਾ ਕੈਦੀ ਬਣਾ ਦਿੱਤਾ ਹੈ, ਧਰਤੀ ਦਾ ਕੈਦੀ ਬਣਾ ਕੇ ਰੱਖ ਲਿਆ, ਤੇ ਇਹ ਪਿੰਜਰਾ ਤਾਂ ਉੱਡਣ ਹਾਰੇ ਪੰਛੀ ਦੀ ਜਾਨ ਕੋਹਣ ਵਾਲਾ ਹੈ। ਅਗਲੇ ਪੈਰੇ ਦੇ ਵਿੱਚ ਦੇਖੋ ਜ਼ਾਲਮ ਨੂੰ ਰੰਗ ਸੋਹਣਾ ਲੱਗਾ, ਮਿੱਠੀ ਲੱਗੀ ਬਾਣੀ, ਵਾਵਾ ਕਦਰ ਗੁਣਾਂ ਦੀ ਪਾਈ, ਸ਼ਹਿ ਕੇ ਜਾਲੀ ਤਾਣੀ, ਪਕੜ ਪਿੰਜਰੇ ਪਾਏ ਵਿਛੋੜਿਆ, ਸਾਕ ਸਨੇਹੀਆਂ ਨਾਲੋਂ,
ਭੱਠ ਪਏ ਇਹ ਕਦਰ ਤੁਹਾਡੀ, ਖੇ ਇਹ ਯਾਰੀ ਲਾਣੀ। ਤਾਂ ਫਿਰ ਇਹਦੇ ਵਿੱਚ ਦੇਖੋ ਫਿਰ ਪ੍ਰਸੰਗ ਤੁਸੀਂ ਉਵੇਂ ਲਿਖੋਗੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ। ਤੇ ਵਿਆਖਿਆ ਇਹਦੀ ਹੈਗੀ ਹੈ, ਦੇਖੋ, ਪਿੰਜਰੇ ਵਿੱਚ ਪਿਆ ਪੰਛੀ ਬੜੇ ਦੁੱਖ ਨਾਲ ਕਹਿੰਦਾ ਹੈ ਕਿ ਜਿਸ ਨੇ ਉਸ ਨੂੰ ਪਿੰਜਰੇ ਵਿੱਚ ਪਾਇਆ ਉਸ ਜ਼ਾਲਮ ਨੂੰ ਮੇਰਾ ਰੰਗ ਸੋਹਣਾ ਲੱਗਾ ਤੇ ਮੇਰੀ ਆਵਾਜ਼ ਮਿੱਠੀ ਤੇ ਪਿਆਰੀ, ਪਰ ਇਸਨੇ ਮੇਰੇ ਗੁਣਾਂ ਦੀ ਇਹ ਕਦਰ ਪਾਈ ਕਿ ਲੁੱਕ ਕੇ ਜਾਲ ਲਾ ਲਿਆ ਤੇ ਮੈਨੂੰ ਫੜ ਕੇ ਪਿੰਜਰੇ ਦੇ ਵਿੱਚ ਪਾ ਲਿਆ। ਸ਼ੈ ਕੇ ਹੁੰਦਾ ਦੇਖੋ ਲੁੱਕ ਕੇ, ਠੀਕ ਹੈ, ਜਾਲੀ ਲਾ ਲਈ ਉਸਨੇ। ਤੇ ਇਸ ਪ੍ਰਕਾਰ ਇਸਨੇ ਮੈਨੂੰ ਮੇਰੇ ਸਾਕ ਸੰਬੰਧੀਆਂ ਨਾਲੋਂ ਵਿਛੋੜ ਦਿੱਤਾ। ਤੇ ਉਹ ਕਹਿੰਦਾ ਵੀ ਹੇ ਮਨੁੱਖ, ਜਿਹੜੀ ਤੂੰ ਮੇਰੀ ਇਸ ਤਰ੍ਹਾਂ ਕਦਰ ਕੀਤੀ ਹੈ ਇਹ ਭੱਠ ਵਿੱਚ ਪਵੇ। ਮੈਨੂੰ ਅਜਿਹੀ ਕਦਰ ਦੀ ਜ਼ਰੂਰਤ ਨਹੀਂ, ਮੈਨੂੰ ਅਜਿਹੀ ਗੁਲਾਮੀ ਪਾਉਣ ਵਾਲੀ ਯਾਰੀ ਦੀ ਲੋੜ ਨਹੀਂ, ਤੇ ਤੇਰੀ ਇਹ ਯਾਰੀ ਹੈ ਜਿਹੜੀ ਉਹ ਖੇਹ ਦੇ ਵਿੱਚ ਰਲ ਜਾਵੇ, ਠੀਕ ਹੈ। ਤੇ ਅੱਗੇ ਦੇਖੋ ਇਹਦਾ ਕੇਂਦਰੀ ਭਾਵ ਆ ਜਾਂਦਾ। ਕੇਂਦਰੀ ਭਾਵ ਦੀਆਂ ਸਿਰਫ 2-4 ਲਾਈਨਾਂ ਜਿਹੜੀਆਂ ਤੁਸੀਂ ਧਿਆਨ ਨਾਲ ਸੁਣ ਲਓ, ਠੀਕ ਹੈ। ਜਿਵੇਂ ਸਾਨੂੰ ਆਜ਼ਾਦ ਪੰਛੀ ਨੂੰ ਪਿੰਜਰੇ ਵਿੱਚ ਨਹੀਂ ਪਾਉਣਾ ਚਾਹੀਦਾ, ਕਿਉਂਕਿ ਪਿੰਜਰੇ ਦੀ ਕੈਦ ਤੇ ਗੁਲਾਮੀ ਭਰਿਆ ਜੀਵਨ ਉਸ ਲਈ ਦੁੱਖਾਂ ਭਰਿਆ ਤੇ ਮਾਰੂ ਹੁੰਦਾ ਹੈ, ਠੀਕ। ਇਹ ਇਸ ਕਵਿਤਾ ਦਾ ਕੇਂਦਰੀ ਭਾਵ ਹੈ। ਅਗਲੀ ਕਵਿਤਾ ਆ ਗਈ ਸਾਡੇ ਕੋਲ, ਦੇਖੋ, ਵੈਰੀ ਨਾਗ ਦਾ ਪਹਿਲਾ ਝਲਕਾ। ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ, ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਿਜਦਾ। ਰੰਗ ਫਿਰੋਜੀ ਝਲਕ ਬਲੌਰੀ ਡਲਕ ਮੋਤੀਆਂ ਵਾਲੀ, ਰੂਹ ਵਿੱਚ ਆ ਜਜ਼ਬ ਹੋਏ ਜੀ ਵੇਖ ਵੇਖ ਨਹੀਂ ਰੱਜਦਾ। ਤਾਂ ਵੈਰੀ ਨਾਗ ਦੇਖੋ ਕੀ ਹੈਗਾ, ਕਸ਼ਮੀਰ ਦੀ ਵਾਦੀ ਦੇ ਵਿੱਚ ਇੱਕ ਚਸ਼ਮਾ, ਠੀਕ ਹੈ। ਤੇ ਕਾਦਰ ਇੱਥੇ ਕਿਹਾ ਗਿਆ ਕੁਦਰਤ ਨੂੰ, ਸਿਰਜਣਹਾਰ ਨੂੰ, ਪ੍ਰਭੂ ਨੂੰ, ਪਰਮਾਤਮਾ ਨੂੰ ਕਾਦਰ ਕਿਹਾ ਗਿਆ। ਤੇ ਜਲਵਾ ਹੁੰਦਾ ਦੇਖੋ ਪ੍ਰਕਾਸ਼ ਜਾਂ ਸ਼ੋਭਾ, ਠੀਕ ਹੈ। ਤੇ ਸਿਜਦਾ ਹੁੰਦਾ ਨਮਸਕਾਰ। ਤੇ ਬਲੌਰੀ ਦਾ ਮਤਲਬ ਹੁੰਦਾ ਸ਼ੀਸ਼ੇ ਵਾਲੀ। ਜਿਵੇਂ ਬਲੌਰ, ਕੱਚ ਦੀਆਂ ਗੋਲੀਆਂ ਨੂੰ ਅਸੀਂ ਬਲੌਰ ਕਹਿ ਦਿੰਦੇ ਹਾਂ ਨਾ, ਉਹ ਸ਼ੀਸ਼ੇ ਦੀਆਂ ਬਣੀਆਂ ਹੁੰਦੀਆਂ, ਕੱਚ ਦੀਆਂ ਬਣੀਆਂ ਹੁੰਦੀਆਂ। ਇਸੇ ਤਰ੍ਹਾਂ ਹੀ ਬਲੌਰੀ ਨੂੰ ਸ਼ੀਸ਼ੇ ਵਰਗੀ ਕਿਹਾ ਗਿਆ। ਤਾਂ ਹੁਣ ਦੇਖੋ ਆਪਾਂ ਇਹਦੇ ਅਰਥ ਕਰਦੇ ਹਾਂ। ਅਰਥ ਦੇ ਵਿੱਚ ਕੀ ਹੈ ਵੀ ਦੇਖੋ, ਭਾਈ ਸਾਹਿਬ ਵੈਰੀ ਨਾਗ ਚਸ਼ਮੇ ਨੂੰ ਸੰਬੋਧਨ ਕਰਦੇ ਹੋਏ ਬੋਲਦੇ ਆ ਵੀ ਹੇ ਵੈਰੀ ਨਾਗ, ਜਦੋਂ ਤੇਰਾ ਵਿਸਮਾਦਮਈ ਨਜ਼ਾਰਾ ਪਹਿਲੀ ਵਾਰ ਮੇਰੀਆਂ ਅੱਖਾਂ ਸਾਹਮਣੇ ਆਉਂਦਾ ਹੈ ਤਾਂ ਤੇਰੀ ਕੁਦਰਤੀ ਸੁੰਦਰਤਾ ਵਿੱਚ ਪ੍ਰਭੂ ਦਾ ਚੁੰਧਿਆ ਦੇਣ ਵਾਲਾ ਪ੍ਰਕਾਸ਼ ਦਿੰਦਾ ਹੈ, ਜਿਸ ਨੂੰ ਦੇਖ ਕੇ ਮੇਰਾ ਸਿਰ ਆ ਜਿਹੜਾ ਉਹ ਨਮਸਕਾਰ ਵਿੱਚ ਝੁਕ ਜਾਂਦਾ ਹੈ, ਯਾਨੀ ਸਿਜਦਾ ਕਰਦਾ ਪ੍ਰਭੂ ਨੂੰ, ਠੀਕ ਹੈ, ਸਿਜਦਾ ਕਰਨ ਦੇ ਲਈ ਝੁਕ ਜਾਂਦਾ। ਤੇਰੇ ਪਾਣੀ ਦਾ ਰੰਗ ਹੈ ਜਿਹੜਾ ਉਹ ਦੇਖੋ ਫਿਰੋਜ਼ੀ ਹੈ, ਠੀਕ ਹੈ। ਫਿਰੋਜ਼ੀ ਰੰਗ ਪਾਣੀਆਂ ਦਾ ਹੁੰਦਾ ਨਾ, ਨੀਲਾ ਰੰਗ ਥੋੜ੍ਹਾ ਥੋੜ੍ਹਾ, ਇਸ ਕਰਕੇ ਉਹਨੂੰ ਫਿਰੋਜ਼ੀ ਕਿਹਾ ਗਿਆ, ਜੋ ਕਿ ਸ਼ੀਸ਼ੇ ਵਾਂਗ ਚਮਕਦਾ ਹੈ। ਤੇ ਉਸ ਦੀ ਝਲਕ ਹੈ ਜਿਹੜੀ, ਉਸ ਦੀ ਡਲਕ ਮੋਤੀਆਂ ਵਰਗੀ ਹੈ। ਤੇ ਤੇਰੀ ਇਹ ਅਦਭੁਤ ਤੇ ਰੱਬੀ ਸੁੰਦਰਤਾ ਰੂਹ ਵਿੱਚ ਜਜ਼ਬ ਹੁੰਦੀ ਜਾਪਦੀ ਹੈ, ਤੇ ਉਸਨੂੰ ਦੇਖ ਦੇਖ ਕੇ ਜਿਹੜਾ ਮੇਰਾ ਦਿਲ ਹੈ ਉਹ ਰੱਜਦਾ ਨਹੀਂ। ਨਾ ਕੋਈ ਨਾਦ ਸਰੋਦ ਸੁਣੀਵੇ ਫਿਰ ਸੰਗੀਤ ਰਸ ਛਾਇਆ, ਚੁੱਪ ਚਾਨ ਫਿਰ ਰੂਪ ਤੇਰੇ ਵਿੱਚ ਕਵਿਤਾ ਰੰਗ ਜਮਾਇਆ। ਸਰਦ ਸਰਦ ਪਰ ਛੂਹਿਆ ਤੈਨੂੰ ਰੂਹ ਸਰੂਰ ਵਿੱਚ ਆਵੇ, ਗਹਿਰ ਗੰਭੀਰ ਅਡੋਲ ਸੁਹਾਵੇ ਤੈਂ ਕਿਹਾ ਜੋ ਕਮਾਇਆ, ਠੀਕ ਹੈ। ਤੇ ਇਹਦੇ ਵਿੱਚ ਦੇਖੋ ਤੁਸੀਂ, ਇਸ ਕਵਿਤਾ ਦੇ ਵਿੱਚ ਫਿਰ ਉਹਨੇ ਗੱਲ ਕੀਤੀ ਹੈ ਵੈਰੀ ਨਾਗ ਦੇ ਪਹਿਲੇ ਝਲਕੇ ਦੀ, ਵੀ ਭਾਈ ਸਾਹਿਬ ਹੈ ਜਿਹੜੇ ਉਹ ਵੈਰੀ ਨਾਗ ਚਸ਼ਮੇ ਨੂੰ ਉਸਦੀ ਰਹੱਸਮਈ ਵਿਸਮਾਦ ਨਾਲ ਭਰੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਬੜੇ ਅਚੰਭੇ ਨਾਲ ਕਹਿੰਦੇ ਆ ਕਿ ਹੇ ਵੈਰੀ ਨਾਗ, ਮੈਨੂੰ ਤੇਰੇ ਨੇੜੇ ਤੇੜੇ ਕੋਈ ਨਾਦ ਵੱਜਦਾ ਜਾਂ ਗਾਇਆ ਜਾ ਰਿਹਾ ਰਾਗ ਤਾਂ ਸੁਣਾਈ ਨਹੀਂ ਦਿੰਦਾ, ਪਰ ਫਿਰ ਵੀ ਤੇਰੇ ਅਦਭੁਤ ਦ੍ਰਿਸ਼ ਨੂੰ ਦੇਖਦਿਆਂ ਮੈਨੂੰ ਸੰਗੀਤ ਦਾ ਰਸ ਛਾਇਆ ਦਿਖਾਈ ਦੇ ਰਿਹਾ। ਤੇ ਆਲੇ ਦੁਆਲੇ ਭਾਵੇਂ ਚੁੱਪ ਵਰਤੀ ਪਈ ਹੈ, ਠੀਕ ਹੈ। ਚੁੱਪ ਚਾਨ ਫਿਰ ਰੂਪ ਤੇਰੇ ਵਿੱਚ, ਤੇਰੇ ਆਲੇ ਦੁਆਲੇ ਤੇਰੇ ਰੂਪ ਦੇ ਵਿੱਚ ਕੀ ਹੈ, ਚੁੱਪ ਚਾਨ ਛਾਈ ਹੋਈ ਹੈ, ਪਰ ਤੇਰੇ ਰੂਪ ਵਿੱਚ ਕਵਿਤਾ ਦੀ ਸੁੰਦਰਤਾ ਨੇ ਅਦਭੁਤ ਰੰਗ ਜਮਾਇਆ ਵਾ, ਠੀਕ ਹੈ। ਕਿਉਂਕਿ ਉਹਨੇ ਕਵਿਤਾ ਲਿਖੀ ਹੈ ਨਾ ਇਹਦੇ ਉੱਤੇ, ਇਸ ਕਰਕੇ ਕਵਿਤਾ ਨੇ ਇੱਕ ਰੰਗ ਜਮਾ ਦਿੱਤਾ। ਤੇ ਤੂੰ ਆਪਣੀ ਠੰਡ ਨਾਲ ਮੈਨੂੰ ਵੀ ਤ੍ਰਿਪਤ ਆ ਰਿਹਾ ਹੈ, ਤੇ ਤੈਨੂੰ ਛੋਹਣ ਨਾਲ ਮੇਰੀ ਰੂਹ ਨੂੰ ਇੱਕ ਅਨੋਖਾ ਸਰੂਰ ਆ ਰਿਹਾ ਹੈ। ਤੂੰ ਬਹੁਤ ਹੀ ਜ਼ਿਆਦਾ ਗੰਭੀਰ ਜਾਪਦਾ, ਠੀਕ ਹੈ। ਇਹ ਕਿਹਾ ਉਹਨਾਂ ਨੇ, ਤੇਰਾ ਅਡੋਲ ਸੁਹਾਵਣਾ ਤੇ ਅਦਭੁਤ ਦ੍ਰਿਸ਼ ਦੇਖ ਕੇ ਮੇਰਾ ਮਨ ਤੈਨੂੰ ਪੁੱਛਦਾ ਤੇ ਕਿ ਤੂੰ ਕਿਹੜੀ ਯੋਗ ਸਾਧਨਾ ਕੀਤੀ ਹੈ, ਜਿਸ ਕਾਰਨ ਤੇਰੇ ਵਿੱਚ ਅਜਿਹਾ ਰਹੱਸਮਈ ਵਿਸਮਾਦ ਨਾਲ ਭਰਿਆ ਪ੍ਰਭਾਵ ਹੈ ਜਿਹੜਾ ਉਹ ਉਪਜ ਰਿਹਾ ਹੈ। ਕਹਿਣ ਤੋਂ ਭਾਵ ਕੀ ਹੈ ਵੀ ਤੈਨੂੰ ਇਹ ਉੱਚ ਅਵਸਥਾ ਕਿਸੇ ਕਠਿਨ ਸਾਧਨਾ ਤੋਂ ਪ੍ਰਾਪਤ ਹੋਈ ਜਾਪਦੀ ਹੈ, ਠੀਕ ਹੈ। ਇਹਦੇ ਵਿੱਚ ਦੇਖੋ ਜਿਵੇਂ ਸਰੋਦ ਸ਼ਬਦ ਆਇਆ ਸੀ ਸਾਡੇ ਕੋਲੇ, ਸਰੋਦ, ਸਰੋਦ ਤੋਂ ਮਤਲਬ ਹੈਗਾ ਰਾਗ ਜਾਂ ਸੰਗੀਤ, ਤੇ ਸਰੂਰ ਸ਼ਬਦ ਦਾ ਮਤਲਬ ਹੁੰਦਾ ਮਸਤੀ, ਠੀਕ ਹੈ। ਗੈਰ ਗੰਭੀਰ ਯਾਨੀ ਬਹੁਤ ਹੀ ਗੰਭੀਰ ਜਾਂ ਡੂੰਘੇ ਭਾਵ ਵਾਲਾ ਆਪਾਂ ਕਹਿ ਸਕਦੇ ਹਾਂ ਉਹਨੂੰ, ਤੇ ਗੈਰ ਗੰਭੀਰ, ਅਡੋਲ ਜਿਹੜਾ ਕਦੇ ਡੋਲੇ ਨਾ, ਠੀਕ ਹੈ। ਇਹ ਜਿਹੜੇ ਇਹਦੇ ਅਰਥ ਹੈ ਔਖੇ ਸ਼ਬਦਾਂ ਦੇ। ਅੱਗੇ ਦੇਖੋ, ਵੈਰੀ ਨਾਗ ਤੇਰਾ ਪਹਿਲਾ ਝਲਕਾ ਕਵਿਤਾ ਦਾ ਕੇਂਦਰੀ ਭਾਵ ਵੀ ਮੈਂ ਤੁਹਾਨੂੰ ਇੱਥੇ ਦੱਸਦਾ। ਕੇਂਦਰੀ ਭਾਵ ਹੁੰਦਾ ਦੇਖੋ ਨਿਚੋੜ ਸਾਰੀ ਕਵਿਤਾ ਦਾ। ਕੀ ਮਤਲਬ ਹੈ ਸਾਰੀ ਕਵਿਤਾ ਦੇ ਵਿੱਚ ਨਿਚੋੜ ਕੀ ਹੈ ਇਹਦਾ, ਵੀ ਵੈਰੀ ਨਾਗ ਚਸ਼ਮੇ ਦੀ ਕੁਦਰਤੀ ਸੁੰਦਰਤਾ ਰਹੱਸਮਈ ਵਿਸਮਾਦ ਨਾਲ ਭਰੀ ਹੋਈ ਹੈ, ਤੇ ਉਸ ਦੀ ਸੁੰਦਰਤਾ ਵਿੱਚ ਕਾਦਰ ਦਾ ਜਲਵਾ ਜਿਹੜਾ ਉਹ ਝਲਕਦਾ ਹੈ।
ਕੁਦਰਤ ਦਾ ਜਲਵਾ ਜਿਹੜਾ ਉਹ ਝਲਕਦਾ, ਜਿਹਨੂੰ ਦੇਖ ਕੇ ਕੀ ਹੈ ਕਵੀ ਦਾ ਸਿਰ ਸਿਜਦੇ ਦੇ ਨਾਲ ਝੁਕ ਜਾਂਦਾ, ਉਹਦਾ ਸਿਜਦਾ ਕਰਨ ਨੂੰ ਜੀ ਕਰਦਾ। ਤੇ ਇਸ ਚਸ਼ਮੇ ਨੂੰ ਰਹੱਸਮਈ ਵਿਸਮਾਦ ਨਾਲ ਭਰੀ ਅਵਸਥਾ ਕਿਸੇ ਕਠਨ ਸਾਧਨਾ ਤੋਂ ਪ੍ਰਾਪਤ ਹੋਈ ਜਾਪਦੀ। ਅਗਲੀ ਕਵਿਤਾ ਦੇਖੋ ਸਾਡੀ, ਇੱਛਾ ਬਲ ਤੇ ਡੂੰਘੀਆਂ ਸ਼ਾਮਾਂ। ਇਹਦੇ ਵਿੱਚ ਦੇਖੋ, ਸੰਝ ਹੋਈ ਪਰਛਾਵੇਂ ਛੁਪ ਗਏ, ਕਿਉਂ ਇੱਛਾ ਬਲ ਤੂੰ ਜਾਰੀ, ਨੈ ਸਰੋਧ ਕਰ ਰਹੀ ਉਵੇਂ ਹੀ, ਤੇ ਟੁਰਨੋਂ ਵੀ ਨੈ ਹਾਰੀ। ਸੈਲਾਨੀ ਤੇ ਪੰਛੀ ਮਾਲੀ ਹਨ ਸਭ ਆਰਾਮ ਵਿੱਚ ਆਏ, ਸਹਿਮ ਸਵਾਦਲਾ ਛਾ ਰਿਹਾ ਸਾਰੇ, ਤੇ ਕੁਦਰਤ ਟਿਕ ਗਈ ਸਾਰੀ। ਤੇ ਇਹਦੇ ਵਿੱਚ ਦੇਖੋ ਸੰਝ ਕੀ ਹੁੰਦੀ ਹੈ, ਸ਼ਾਮ ਨੂੰ ਕਿਹਾ ਗਿਆ, ਠੀਕ ਹੈ, ਅੱਥ ਨੂੰ ਹੋ ਜਾਂਦਾ ਨਾ, ਸੰਝ ਵੇਲਾ ਸ਼ਾਮ ਵੇਲਾ। ਇੱਛਾ ਬਲ ਕੀ ਹੈ, ਕਸ਼ਮੀਰ ਦੇ ਇੱਕ ਚਸ਼ਮੇ ਦਾ ਨਾਂ ਹੈ ਇੱਛਾ ਬਲ, ਠੀਕ ਹੈ। ਤੇ ਜਾਰੀ ਦਾ ਮਤਲਬ ਹੁੰਦਾ ਚੱਲ ਰਿਹਾ ਹੈ। ਤੇ ਨੈ ਹੁੰਦੀ ਹੈ ਜਲ ਧਾਰਾ, ਨੈ ਜਿਵੇਂ ਨੈ ਸਰੋਧ ਕਰ ਰਹੀ, ਠੀਕ ਹੈ, ਤਾਂ ਨੈ ਹੁੰਦੀ ਹੈ ਜਲ ਦੀ ਧਾਰਾ, ਤੇ ਸਰੋਧ ਹੁੰਦਾ ਰਾਗ, ਠੀਕ ਹੈ। ਸੈਲਾਨੀ ਹੁੰਦੇ ਆ ਸੈਰ ਕਰਨ ਵਾਲੇ, ਤੇ ਸਹਿਮ ਹੁੰਦੀ ਆ ਆਨੰਦ ਭਰੀ ਚੁੱਪ। ਤਾਂ ਇਹਦੇ ਵਿੱਚ ਦੇਖੋ ਵਿਆਖਿਆ ਕਰਦੇ ਹਾਂ ਅਸੀਂ ਇਹਦੀ। ਭਾਈ ਸਾਹਿਬ ਚਸ਼ਮੇ ਨੂੰ ਪ੍ਰਸ਼ਨ ਕਰਦੇ ਆ, ਪ੍ਰਸ਼ਨ ਲਿਖਿਆ ਗਿਆ ਨਾ ਉੱਪਰ, ਪ੍ਰਸ਼ਨ ਕਰਦੇ ਹੋਏ ਪੁੱਛਦੇ ਆ ਵੀ ਹੇ ਇੱਛਾ ਬਲ, ਸ਼ਾਮ ਪੈ ਗਈ ਹੈ, ਦਿਨ ਢਲ ਗਿਆ ਹੈ, ਪਰ ਤੂੰ ਅਜੇ ਵੀ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ, ਠੀਕ ਹੈ, ਤੂੰ ਕਿਉਂ ਜਾ ਰਹੀ ਹੈ, ਜਾਨੀ ਤੂੰ ਵੀ ਚੱਲ ਰਿਹਾ ਹੈ ਨਾ, ਲਗਾਤਾਰ ਚੱਲੀ ਜਾਂਦਾ ਚਸ਼ਮਾ। ਇੱਧਰ ਉੱਧਰ ਸੈਰ ਕਰਨ ਵਾਲੇ ਸੈਲਾਨੀ ਹੈ ਜਿਹੜੇ, ਮਾਲੀ ਹੈ, ਪੰਛੀ ਹੈ, ਸਭ ਆਰਾਮ ਕਰਨ ਦੇ ਲਈ ਆਪਣੇ ਆਪਣੇ ਟਿਕਾਣਿਆਂ 'ਤੇ ਚਲੇ ਗਏ ਆ, ਤੇ ਚਾਰੇ ਪਾਸੇ ਇੱਕ ਆਨੰਦ ਭਰੀ ਚੁੱਪ ਦਾ ਸਵਾਦ ਛਾ ਰਿਹਾ ਹੈ, ਜਾਨੀ ਕਿ ਸਾਰੀ ਕੁਦਰਤ ਆ ਜਿਹੜੀ ਉਹ ਟਿਕ ਗਈ ਹੈ, ਤੇ ਪਰ ਤੂੰ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ, ਇਸ ਦਾ ਕੀ ਕਾਰਨ ਹੈ। ਅਗਲੇ ਪੈਰੇ ਦੇ ਵਿੱਚ ਦੇਖੋ, ਚਸ਼ਮਾ ਜਿਹੜਾ ਉਹ ਉੱਤਰ ਦੇਵੇਗਾ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨੇਹੋਂ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪੈ ਵਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ, ਵਸਲੋਂ ਉਰੇ ਮੁਕਾਮ ਨਾ ਕੋਈ, ਸੋ ਚਾਲ ਪੈ ਨਿਤ ਰਹਿੰਦੇ। ਤਾਂ ਇਹਦੇ ਵਿੱਚ ਦੇਖੋ ਕਵੀ ਦਾ ਜਿਹੜਾ ਪ੍ਰਸ਼ਨ ਹੈ ਉਹ ਸੁਣ ਕੇ ਚਸ਼ਮੇ ਨੇ ਜਿਹੜਾ ਉੱਤਰ ਦਿੱਤਾ, ਉਹ ਕਹਿੰਦਾ ਵੀ ਸੰਝ ਪੈ ਜਾਣ ਉੱਤੇ ਵੀ ਉਸਦੇ ਚੱਲਦੇ ਰਹਿਣ ਦਾ ਕਾਰਨ ਉਸਦੇ ਅੰਦਰ ਵਸਦੀ ਪ੍ਰੀਤਮ ਦੀ ਖਿੱਚ ਹੈ, ਪ੍ਰੀਤਮ ਦੇ ਮਿਲਾਪ ਦੀ, ਠੀਕ ਹੈ। ਉਹਨੇ ਅੰਦਰ ਖਿੱਚ ਖਾਦੀ, ਪ੍ਰੀਤਮ ਪ੍ਰਭੂ ਪਰਮਾਤਮਾ ਨੂੰ ਕਿਹਾ ਗਿਆ ਇੱਥੇ ਵੀ ਉਹਦੇ ਮਿਲਾਪ ਦੀ ਖਿੱਚ ਉਹਦੇ ਅੰਦਰ ਹੈ, ਤੇ ਜਿਨ੍ਹਾਂ ਦੇ ਦਿਲ ਵਿੱਚ ਆਪਣੇ ਪ੍ਰੀਤਮ ਲਈ ਖਿੱਚ ਹੁੰਦੀ ਹੈ ਤੇ ਉਹ ਕਦੇ ਆਰਾਮ ਨਹੀਂ ਕਰਦੇ। ਜਿਨ੍ਹਾਂ ਅੱਖਾਂ ਨੂੰ ਨੀਹੋਂ ਲੱਗ ਚੁੱਕਾ ਹੋਵੇ ਉਹਨਾਂ ਨੂੰ ਕਦੇ ਵੀ ਨੀਂਦ ਨਹੀਂ ਆਉਂਦੀ, ਤੇ ਉਹ ਰਾਤ ਦਿਨ ਪ੍ਰੀਤਮ ਦੀ ਭਾਲ ਦੇ ਵਿੱਚ ਖੁੱਲ੍ਹੀਆਂ ਰਹਿੰਦੀਆਂ ਹਨ, ਵੀ ਉਹਨਾਂ ਨੂੰ ਇਹ ਹੁੰਦਾ ਵੀ ਜੇ ਅੱਖਾਂ ਇੱਕ ਵਾਰ ਝਪਕ ਗਈਆਂ, ਬੰਦ ਹੋ ਗਈਆਂ, ਕਿਤੇ ਉਨੇ ਚਿਰ ਦੇ ਵਿੱਚ ਪ੍ਰੀਤਮ ਮੇਰਾ ਮੇਰੇ ਸਾਹਮਣੇ ਨਾ ਆ ਜਾਵੇ ਤੇ ਮੈਂ ਅੱਖਾਂ ਖੋਲ੍ਹਾਂ ਤੇ ਉਹ ਫਿਰ ਚਲਾ ਜਾਵੇ। ਇਸ ਕਰਕੇ ਅੱਖਾਂ ਜਿਹੜੀਆਂ ਉਹ ਹਮੇਸ਼ਾ ਖੁੱਲ੍ਹੀਆਂ ਰਹਿੰਦੀਆਂ ਪ੍ਰਭੂ ਪ੍ਰੀਤਮ ਦੇ ਪਿਆਰ ਦੇ ਵਿੱਚ ਤੇ ਉਸ ਦੀ ਭਾਲ ਦੇ ਵਿੱਚ ਲੱਗੀਆਂ ਰਹਿੰਦੀਆਂ ਹਨ। ਉਹਨਾਂ ਨੂੰ ਪ੍ਰੀਤਮ ਦੇ ਮਿਲਾਪ ਦੀ ਇੱਕੋ ਲਗਨ ਲੱਗੀ ਹੁੰਦੀ ਹੈ, ਇਸ ਕਰਕੇ ਉਹਨਾਂ ਦੀ ਚਾਲ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਤੇ ਪ੍ਰੀਤਮ ਦੇ ਮਿਲਾਪ ਤੋਂ ਉਰੇ ਉਹਨਾਂ ਦਾ ਕੋਈ ਪੜਾਅ ਨਹੀਂ ਹੁੰਦਾ, ਇਸ ਕਰਕੇ ਉਹ ਰਾਤ ਦਿਨ ਚਾਲੇ ਤੁਰੇ ਜਾਂਦੇ ਹਨ, ਠੀਕ ਹੈ, ਉਹ ਰਾਤ ਦਿਨ ਆਪਣੀ ਚਾਲੇ ਤੁਰੇ ਜਾਂਦੇ ਹਨ, ਤੇ ਪ੍ਰੀਤਮ ਦੇ ਮਿਲਾਪ ਤੋਂ ਉਰੇ ਉਹਨਾਂ ਦਾ ਕੋਈ ਪੜਾਅ ਨਹੀਂ ਹੁੰਦਾ, ਇਸ ਲਈ ਉਹ ਰਾਤ ਦਿਨ ਆਪਣੀ ਚਾਲੇ ਤੁਰਦੇ ਰਹਿੰਦੇ ਹਨ। ਭਾਵ ਕੀ ਹੈ, ਦੇਖੋ ਇਹਨਾਂ ਦਾ ਰੱਬ ਦੇ ਪ੍ਰੇਮੀ ਸੁੱਖ ਆਰਾਮ ਦੀ ਪਰਵਾਹ ਨਹੀਂ ਕਰਦੇ, ਤੇ ਉਹ ਪ੍ਰੀਤਮ ਦੇ ਮਿਲਾਪ ਦੀ ਤਾਂਘ ਦੇ ਵਿੱਚ ਰਾਤ ਦਿਨ ਯਤਨ ਕਰਦੇ ਰਹਿੰਦੇ ਹਨ ਕਿ ਉਹਨਾਂ ਨੂੰ ਪ੍ਰਭੂ ਪਰਮਾਤਮਾ ਜਿਹੜਾ ਉਹ ਕਦੋਂ ਮਿਲੇਗਾ, ਠੀਕ ਹੈ। ਤੇ ਹੁਣ ਇਹਦਾ ਕੇਂਦਰੀ ਭਾਵ ਦੇਖੋ ਇਸ ਕਵਿਤਾ ਦਾ, ਰੱਬ ਦੇ ਸੱਚੇ ਪ੍ਰੇਮੀ ਉਸ ਪ੍ਰੀਤਮ ਦੀ ਮਿਲਾਪ ਪ੍ਰਾਪਤ ਕਰਨ ਦੀ ਧੁਨ ਵਿੱਚ ਰਾਤ ਦਿਨ ਯਤਨਸ਼ੀਲ ਰਹਿੰਦੇ ਹਨ। ਯਤਨਸ਼ੀਲ ਜਾਨੀ ਚੱਲਦੇ ਰਹਿੰਦੇ ਆ, ਰਾਤ ਦਿਨ ਯਤਨ ਕਰਦੇ ਰਹਿੰਦੇ ਆ, ਠੀਕ ਹੈ, ਯਤਨਸ਼ੀਲ ਰਹਿੰਦੇ ਆ, ਤੇ ਉਸ ਦੇ ਮਿਲਾਪ ਦੀ ਪ੍ਰਾਪਤੀ ਤੋਂ ਉਰੇ ਉਹਨਾਂ ਨੂੰ ਕੋਈ ਪੜਾਅ ਨਹੀਂ, ਉਹ ਪੜਾਅ ਨਹੀਂ ਕਰਦੇ ਕੋਈ ਵੀ, ਜਾਨੀ ਰੁਕਦੇ ਨਹੀਂ ਹੈਗੇ ਉਹ ਕਿਤੇ ਵੀ, ਜਿੰਨਾ ਚਿਰ ਉਹਨਾਂ ਨੂੰ ਉਸ ਪਰਮਾਤਮਾ ਦਾ ਮਿਲਾਪ ਨਹੀਂ ਹੋ ਜਾਂਦਾ। ਅੱਗੇ ਦੇਖੋ, ਵੈਸੇ ਤਾਂ ਮੈਂ ਤੁਹਾਨੂੰ ਇਹਨਾਂ ਦੇ ਅਰਥ ਆ ਜਿਹੜੇ ਔਖੇ ਸ਼ਬਦਾਂ ਦੇ ਦੱਸ ਹੀ ਦਿੱਤੇ ਆ, ਪਰ ਫਿਰ ਵੀ ਥੋੜ੍ਹੇ ਜਿਹੇ ਇੱਥੇ ਲਿਖੇ ਹੋਏ ਆ, ਜਿਵੇਂ ਜ਼ਾਲਮ ਹੁੰਦਾ ਅਤਿਆਚਾਰੀ, ਪਹਿਲੀ ਕਵਿਤਾ ਦੇ ਵਿੱਚ ਆਇਆ ਜ਼ਾਲਮ, ਠੀਕ ਹੈ। ਝਲਕ ਹੁੰਦੀ ਹੈ ਦ੍ਰਿਸ਼, ਸੰਝ ਸ਼ਾਮ, ਮੁਕਾਮ ਹੁੰਦੀ ਹੈ ਮੰਜ਼ਿਲ, ਕਾਦਰ ਪਰਮਾਤਮਾ ਪ੍ਰਭੂ ਪਰਮਾਤਮਾ ਨੂੰ ਕਿਹਾ ਗਿਆ, ਅਡੋਲ ਹੁੰਦਾ ਟਿਕਿਆ ਰਹਿਣ ਵਾਲਾ, ਠੀਕ ਹੈ, ਡੋਲਦਾ ਨਹੀਂ ਕਿਸੇ ਪਾਸੇ ਵੀ, ਸੈਲਾਨੀ ਹੁੰਦੇ ਆ ਯਾਤਰੀ, ਤੇ ਜਜ਼ਬ ਹੁੰਦਾ ਸਮਾ ਲੈਣਾ। ਇਹ ਸ਼ਬਦਾਂ ਦੇ ਅਰਥ ਵੀ ਕਈ ਵਾਰ ਕੁਐਸਚਨ ਦੇ ਵਿੱਚ ਬਣ ਕੇ ਆ ਜਾਂਦੇ ਆ, ਜਿਵੇਂ ਝਲਕ ਦਾ ਕੀ ਅਰਥ ਹੈ, ਜਾਂ ਫਿਰ ਸੰਝ ਕਿਸ ਨੂੰ ਕਹਿੰਦੇ ਹਨ, ਠੀਕ ਹੈ, ਜ਼ਾਲਮ ਇਸ ਕਵਿਤਾ ਦੇ ਵਿੱਚ ਕਿਸ ਨੂੰ ਕਿਹਾ ਗਿਆ, ਤਾਂ ਉਹ ਸਾਰਾ ਕੀ ਹੈ, ਇਹਨਾਂ ਦੇ ਅਰਥ ਹੈ ਜਿਹੜੇ ਫਿਰ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਜੇ ਤੁਸੀਂ ਇਹ ਵਾਲੇ ਅਰਥ ਪੜ੍ਹੇ ਹੋਣਗੇ ਤੇ ਕਵਿਤਾ ਨੂੰ ਚੰਗੀ ਤਰ੍ਹਾਂ ਸੁਣਿਆ ਹੋਵੇਗਾ। ਅੱਗੇ ਪਾਠ ਅਭਿਆਸ ਨਾਲ ਸੰਬੰਧਿਤ ਕੁਐਸਚਨ ਹੈ ਜਿਹੜੇ ਉਹ ਆਪਾਂ ਪੜ੍ਹਾਂਗੇ। ਜਿਵੇਂ ਹੈਗਾ ਦੇਖੋ, ਹੇਠ ਲਿਖੇ ਕਾਵਿ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਤਾਂ ਪ੍ਰਸੰਗ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਦਾ, ਤੇ ਆਹ ਸਾਰੇ ਜਿਹੜੀਆਂ ਲਾਈਨਾਂ ਨੇ ਇਹਨਾਂ ਦੇ ਅਰਥ ਵੀ ਦੱਸਿਆ, ਇਸ ਕਰਕੇ ਉਹਨਾਂ ਨੂੰ ਤੁਸੀਂ ਧਿਆਨ ਨਾਲ ਸੁਣ ਲਿਓ,
ठीक है। ये सारियां लाइनां दे अर्थ। प्रसंग सहित व्याख्या, जानी प्रसंग भी जरूर दसना भी ये कविता जिहड़ी साडी इस पाठ पुस्तक दे विचों लई गई है, इस कवि की रचना है, तो ये कविता है, उहदियां लाइनां ये, ठीक है। तो जरूर दसना। अगला क्वेश्चन हैगा साडे कोले, पिंजरे पिया पंछी कविता का केंद्री भाव। तो वह भी मैं तुहानूं दस चुकी हाँ। पिंजरे पिया पंछी कविता का केंद्री भाव पढ़ लिया आपां इदों पहलां। अगे आगे देखो, वस्तुनिष्ठ प्रश्न। जिवें पिंजरे पिया पंछी कविता विच जालम किसनूं कहा गया है, तो जालम किसनूं कहा गया, जिहड़े मनुख ने उसनूं पकड़ के पिंजरे दे विच पाया, ठीक है। तो इहदा वैसे आपां उत्तर ये लिख सकते हैं भी पंछी नूं पिंजरे विच पाउण वाले नूं जालम कहा गया। अगे हैगा, पंछी नूं कित्थे रहना चंगा नहीं लगदा, तो कित्थे रहना चंगा नहीं लगदा उसनूं, पिंजरे दे विच, ठीक है। पिंजरे च रहना पंछी नूं नहीं चंगा लगदा। ते मनुख ने पंछी नूं पिंजरे विच क्यों रखिया है, तो क्योंकि उहनूं की होया, सोहना लग्गिया पंछी, ठीक है। बोली सोहनी लगी, उहदी रंग सोहना लग्गिया, इस करके उहनूं उसनूं पिंजरे दे विच रख लिया। तो ये आपां इहदा उत्तर देवांगे। तो अगला कावन देखो, प्रसंग सहित व्याख्या। वैरी नाग तेरा पहला झलका कविता दे विचों लिया गया, कर चुके आपां ये भी प्रसंग दस के व्याख्या। तो ये नाल संबंधित क्वेश्चन देखते हैं अगे की है। सब तो पहला केंद्री भाव पढ़ाता मैं तुहानूं, ठीक है। तो अगे हैगा देखो, वैरी नाग किस दा नाम है, तो वैरी नाग किहदा नाम है, देखो दस्सिया मैं तुहानूं, ठीक है। वैरी नाग हैगा चश्मे का नाम, जिहड़ा कि कश्मीर की वादी दे विच है, ठीक है। बस तुसीं सिर्फ इत्थे वैरी नाग किस दा नाम है, तो चश्मे का। वैरी नाग नूं वेख के कवि किस नूं सिजदा करदा है, तो कवि कुदरत नूं, परमात्मा नूं सिजदा करदा है, भी उहदा सिजदा करन नूं जी करदा वैरी नाग दा पहला झलका देखण सार, ठीक है। अगे हैगा, वैरी नाग चश्मे नूं छूहण दे नाल की अनुभव हुंदा है, की अनुभव होया सी, देखो वैरी नाग चश्मे नूं जदों उसने छूया तो उहनूं की अनुभव होया, तो उहदी रूह नूं एक सरूर जिहा आ गया, ठीक है। तो अगली कविता दे विच देखो, जिवें संझ होई परछावें छुप के, ये हैगी आ इच्छा बल ते डूंघियां छावां कविता दे विचों लईआं गईआं ये लाइनां। इन्हां दी भी प्रसंग दस के व्याख्या मैं तुहानूं दस चुकी हां पहलां। अगे हैगा देखो, इच्छा बल ते डूंघियां छावां कविता का केंद्री भाव अपने शब्दां विच दस्सिआ मैं तुहानूं भी की है केंद्री भाव, जानी सारी कविता का निचोड़ की है। अगे आगे वस्तुनिष्ठ प्रश्न। इच्छा बल ते डूंघियां छावां विच कवि किस नूं प्रश्न पुछ रहा है, तो कवि पुछ रहा है चश्मे नूं, जिहदा नाम की है इच्छा बल। इच्छा बल चश्मे नूं कवि प्रश्न पुछ रहा है। सैलानी पंछी ते माली की कर रहे हैं, तो वो सारे की है आराम करन दे लई बैठ चुके हैं। तो कविता विच आए मुकाम शब्द तो की भाव है, तो देखो उपर तुहानूं सारिਆਂ दे अर्थ दस्से है मैं, तो आ गया ना उदां दा क्वेश्चन। कविता विच आए मुकाम शब्द तो भाव है मंजिल, ठीक है। भी मंजिल तो वो पहुँच चुके हैं, जां जिन्होंने मंजिल नहीं मिली वो नहीं आराम दे नाल बैठते, तो मुकाम शब्द का अर्थ हैगा मंजिल। तो ये सीगियां देखो भाई वीर सिंह जी दीयां कवितावां जो +1 की बुक दे विच है। ध्यान नाल सारिਆਂ दे क्वेश्चन आंसर ते केंद्री भाव ते नाल तुसीं सरल अर्थ याद करो। तो भाई वीर सिंह जी बारे जे इस तो भी ज़्यादा जानकारी लैनी है तो अपनियां होर भी वीडियोज़ पाईयां होईयां इन्हां नाल संबंधित, इन्हां दीयां कवितावां दीयां ट्रिक्स बना के भी पाईयां होईयां, तो वो तुसीं देख सकते हो। चैनल नूं सबसक्राइब करके बैल आइकन दबाओ ताकि तुहानूं आउण वाली वीडियो ते पहलां वालियां वीडियो बारे भी जानकारी हो सके। तो जे वीडियो पसंद आई होवे तो लाइक ते कमेंट करके जरूर दस दिया करो, तो शेयर भी जरूर करया करो ताकि जानकारी है जिहड़ी किसी होर तक भी पहुँच सके।